TBN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ, ਕੁਝ ਅਹਿਮ ਖਬਰਾਂ, ਕੁਝ ਅਹਿਮ ਘਟਨਾਵਾਂ ਦੇ ਉੱਤੇ ਵਿਚਾਰ ਚਰਚਾ ਕਰੀਏ। ਘਰ ਦੀ ਨੂੰਹ ਨੇ ਆਪਣੇ ਸਹੁਰੇ ਘਰ ਵਿੱਚ 1 ਕਰੋੜ ਦਾ ਮਰਵਾਇਆ ਡਾਕਾ। ਸੁਪਰੀਮ ਕੋਰਟ ਤੱਕ ਪਹੁੰਚੀ ਸਿੰਘੂ ਸਰਹੱਦ ਤੇ ਹੋਏ ਕਤਲ ਦੀ ਗੂੰਜ। ਸਿੰਘੂ ਤੇ ਕਤਲ ਹੋਏ ਵਿਅਕਤੀ ਦੀ ਪੋਸਟਮਾਰਟਮ ਰਿਪੋਰਟ ਆਈ ਸਾਹਮਣੇ। ਪੰਜਾਬ ਦੇ ਗ੍ਰਹਿ ਮੰਤਰੀ ਅਤੇ ਉਪ ਮੁੱਖ ਮੰਤਰੀ ਰੰਧਾਵਾ ਨੇ ਸਿੰਘੂ ਸਰਹੱਦ ਤੇ ਵਾਪਰੀ ਘਟਨਾ ਦੀ ਜਾਂਚ ਸਿਟਿੰਗ ਜੱਜ ਤੋਂ ਕਰਵਾਉਣ ਦੀ ਕੀਤੀ ਮੰਗ। ਕਿਸਾਨ ਮੋਰਚੇ ਵੱਲੋਂ ਸੁਰੱਖਿਆ ਸਖਤ ਕਰਨ ਦਾ ਲਿਆ ਗਿਆ ਫੈਸਲਾ। ਭਾਜਪਾ ਵੱਲੋਂ ਕਿਸਾਨ ਅੰਦੋਲਨ ਤੇ ਹਮਲੇ ਤੇਜ਼ ਅਤੇ ਰਾਜਾ ਵੜਿੰਗ ਦੇ ਬਿਆਨ ਨੇ ਬਾਦਲਾਂ ਅਤੇ ਬਾਦਲ ਸਮਰਥਕਾਂ ਦੇ ਸਾਹ ਸੂਤੇ। ਦੋਸਤੋ, ਇਹ ਕੁਝ ਜਾਣਕਾਰੀਆਂ, ਕੁਝ ਖਬਰਾਂ ਨੇ ਜਿਨ੍ਹਾਂ ਨੂੰ ਅੱਜ ਦੇ ਪ੍ਰੋਗਰਾਮ ਦੌਰਾਨ ਵਿਸਥਾਰ ਨਾਲ ਵਿਚਾਰਿਆ ਜਾਏਗਾ। ਇਹਦੇ ਤੋਂ ਪਹਿਲਾਂ ਕਿ ਇਹ ਸਾਰੀਆਂ ਜਾਣਕਾਰੀਆਂ ਤੁਹਾਡੇ ਹਵਾਲੇ ਕਰਦੇ ਹਾਂ, ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਤੇ ਆਓ ਹੁਣ ਸਭ ਤੋਂ ਪਹਿਲੀ ਇੱਕ ਜਾਣਕਾਰੀ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ, ਤੁਸੀਂ ਸ਼ਾਇਦ ਕਦੇ ਕਿਆਸ ਵੀ ਨਹੀਂ ਕਰ ਸਕਦੇ। ਅਸਲ ਦੇ ਵਿੱਚ ਆਪਾਂ ਕਹਿੰਦੇ ਆ ਕਿ ਇੱਕ ਧੀ ਵਿਆਹ ਕੇ ਸਹੁਰੇ ਘਰ ਚਲੇ ਜਾਂਦੀ ਹੈ, ਦੁੱਖ ਸੁੱਖ ਕਰਜ਼ ਬਿਮਾਰੀ ਸਭ ਕੁਝ ਉਸੇ ਘਰ ਦੇ ਵਿੱਚੋਂ ਉਹਦਾ ਜ਼ਿੰਦਗੀ ਪਰ ਚੱਲਦਾ ਹੈ। ਪਰ ਬਹੁਤ ਸਾਰਾ ਨਾ ਸਹੁਰੇ ਪਰਿਵਾਰ ਨੇ ਜਿਹੜੇ ਉਹਨੂੰ ਆਪਣੀ ਧੀ ਬਣਾਉਂਦੇ ਨੇ, ਆਪਣੇ ਪਰਿਵਾਰ ਦਾ ਅੰਗ ਬਣਾਉਣ, ਤੇ ਬਹੁਤ ਸਾਰੀਆਂ ਉਹ ਲੜਕੀਆਂ ਵੀ ਨੇ ਜਿਹੜੀਆਂ ਸਹੁਰੇ ਪਰਿਵਾਰ ਨੂੰ ਆਪਣਾ ਘਰ ਸਾਰੀ ਉਮਰ ਸਮਝਦੀਆਂ ਨਹੀਂ। ਇਸੇ ਤਰ੍ਹਾਂ ਦੀ ਇੱਕ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ। ਮਾਮਲਾ ਇੰਨਾ ਪੇਚੀਦਾ ਸੀ ਪਰ ਸੁਲਝਾ ਛੇਤੀ ਲਿਆ। ਘਟਨਾ ਅੰਦੌਰ ਦੀ ਹੈ। ਅੰਦੌਰ ਦੇ ਵਿੱਚ ਇੱਕ ਬਰਤਨ ਬਣਾਉਣ ਦਾ ਕਾਰੋਬਾਰ ਕਰਦਾ ਪਰਿਵਾਰ। ਉਹਨਾਂ ਨੂੰ ਇਸ ਗੱਲ ਦਾ ਕਦੇ ਸ਼ਾਇਦ ਇਲਮ ਨਾ ਹੋਵੇ, ਭਰੋਸਾ ਵੀ ਨਹੀਂ ਸੀ ਹੋ ਸਕਦਾ ਕਿ ਸਾਡੇ ਘਰ ਦਾ ਇੱਕ ਜੀ ਆਪਣੇ ਘਰ ਦੇ ਵਿੱਚ ਐਡਾ ਵੱਡਾ ਡਾਕਾ ਮਰਵਾ ਦੇਗਾ। ਜਾਣਕਾਰੀ ਮਿਲੀ ਹੈ ਕਿ ਇੱਕ ਨੂੰਹ ਨੇ ਆਪਣੇ ਘਰ ਦੇ ਵਿੱਚ 1 ਕਰੋੜ ਤੋਂ ਜ਼ਿਆਦਾ ਦੀ ਚੋਰੀ ਆਖਾਂ ਜਾਂ ਡਾਕਾ ਆਖਾਂ ਉਹਦੀ ਮਾਸਟਰਮਾਈਂਡ ਨਿਕਲੀ ਹੈ, ਮਰਵਾ ਦਿੱਤਾ ਹੈ। ਤੇ ਇਸ ਦੇ ਲਈ ਬਕਾਇਦਾ ਇਸ ਚਲਾਕ ਔਰਤ ਨੇ ਆਪਣੇ ਪੇਕੇ ਪਰਿਵਾਰ ਦੇ ਵਿੱਚੋਂ ਭਾਵ ਆਪਣੇ ਭਰਾ ਨੂੰ ਇਸ ਸਾਜ਼ਿਸ਼ ਦੇ ਵਿੱਚ ਸ਼ਾਮਲ ਕੀਤਾ। ਯੋਜਨਾ ਗਿਣੀ ਮਿਥੀ ਸੀ, ਕੈਸ਼ ਵੀ ਅਤੇ ਘਰ ਦੇ ਕੁਝ ਪੁਸ਼ਤੈਨੀ ਗਹਿਣੇ ਚੁੱਕ ਲੈ ਗਏ ਸੀ। ਹੁਣ ਤੱਕ ਪੁਲਿਸ ਨੇ ਜਾਂਚ ਪੜਤਾਲ ਤੋਂ ਬਾਅਦ 85 ਲੱਖ ਰੁਪਈਆ ਅਤੇ ਜੇਵਰਾਤ ਭਾਵ ਗਹਿਣੇ ਬਰਾਮਦ ਕਰ ਲਏ ਨੇ। ਜਾਣਕਾਰੀ ਦੇ ਅਨੁਸਾਰ ਬਰਤਨ ਕਾਰੋਬਾਰੀ ਨੇ ਰੋਹਿਤ ਅਗਰਵਾਲ ਬੀਤੇ ਬੁੱਧਵਾਰ ਦੀ ਸ਼ਾਮ ਉਹਨਾਂ ਦੇ ਘਰ ਦੇ ਵਿੱਚ ਡਾਕਾ ਆਖਾਂ ਜਾਂ ਆਖਾਂ ਚੋਰੀ ਹੁੰਦੀ ਹੈ। ਰੋਹਿਤ ਨੇ ਆਪਣੇ ਪਿਤਾ ਕੈਲਾਸ਼ ਅਗਰਵਾਲ ਅਤੇ ਭਰਾ ਰਾਹੁਲ ਨਾਲ ਥਾਣੇ ਪਹੁੰਚ ਕੇ ਸੂਚਨਾ ਦਿੱਤੀ ਕਿ ਸਾਡੇ ਘਰ ਦੇ ਵਿੱਚ ਭਾਈ ਬਹੁਤ ਵੱਡੀ ਚੋਰੀ ਹੋ ਗਈ ਹੈ। ਉਸੇ ਦਿਨ ਰੋਹਿਤ ਹਰ ਰੋਜ਼ ਦੀ ਤਰ੍ਹਾਂ ਆਪਣੇ ਬਾਪ ਅਤੇ ਛੋਟੇ ਭਰਾ ਦੇ ਨਾਲ ਦੁਕਾਨ ਤੇ ਚਲਾ ਗਿਆ। ਘਰ ਦੇ ਵਿੱਚ ਉਹਨਾਂ ਦੀ ਮਾਂ ਕੋਮਲ, ਉਹਨਾਂ ਦੀ ਪਤਨੀ, ਛੋਟੇ ਭਰਾ ਦੀ ਪਤਨੀ ਅਤੇ ਉਹਨਾਂ ਦੀ ਬੇਟੀ ਕ੍ਰਿਸ਼ਾ ਇਹ ਰਹੀਆਂ। ਸ਼ਾਮ ਦੇ ਲਗਭਗ 6 ਵਜੇ ਹੈ। ਰੋਹਿਤ ਦੀ ਮਾਂ ਕਹਿੰਦੀ ਕਿ ਮੇਰੀ ਸਿਹਤ ਖਰਾਬ ਹੋ ਗਈ ਤੇ ਤਬੀਅਤ ਖਰਾਬ ਹੋ ਗਈ ਹੈ। ਤਾਂ ਫਿਰ ਉਹ ਰੋਹਿਤ ਦੀ ਘਰਵਾਲੀ ਆਪਣੀ ਬੇਟੀ ਨੂੰ ਨਾਲ ਲੈ ਕੇ ਜਾਂਦੀ ਹੈ ਤੇ ਹਸਪਤਾਲ ਚਲੇ ਜਾਂਦੇ ਨੇ। ਤਕਰੀਬਨ 2 ਘੰਟਿਆਂ ਤੋਂ ਬਾਅਦ ਜਦੋਂ ਰੋਹਿਤ ਦੀ ਪਤਨੀ ਮਾਂ ਦੇ ਨਾਲ ਵਾਪਸ ਆਉਂਦੀ ਹੈ ਤਾਂ ਦੇਖਦੇ ਆ ਕਿ ਘਰ ਦਾ ਮੇਨ ਗੇਟ ਖੁੱਲ੍ਹਿਆ ਹੋਇਆ, ਘਰ ਦਾ ਜਿੰਦਰਾ ਟੁੱਟਿਆ ਹੋਇਆ, ਘਰ ਦਾ ਸਮਾਨ ਖਿਲ ਰਿਹਾ ਪਿਆ। ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਪਹੁੰਚੀ ਤੇ ਘਟਨਾ ਦੀ ਜਾਂਚ ਕਰਨ ਲੱਗ ਪਈ। ਤੇ ਪੁਲਿਸ ਨੇ ਮੁੱਢਲੀ ਜਾਂਚ ਵਿੱਚ ਦੱਸਿਆ ਕਿ ਇੰਜ ਜਾਪਦਾ ਜਿਸ ਤਰ੍ਹਾਂ ਤੁਹਾਡੇ ਘਰ ਦਾ ਸਮਾਨ ਤੁਸੀਂ ਦੱਸ ਦਿਓ ਕਿ ਉੱਥੋਂ ਚੋਰੀ ਕੀਤਾ ਕਿ ਜਿਵੇਂ ਕੋਈ ਜਾਣਕਾਰ ਹੋਵੇ ਜਾਂ ਕਰੀਬੀ ਹੋਵੇ। ਪੁਲਿਸ ਨੂੰ ਸ਼ੱਕ ਹੋ ਗਿਆ। ਪੁਲਿਸ ਨੇ ਘਰ ਦੇ ਸਾਰੇ ਮੈਂਬਰਾਂ ਅਤੇ ਘਰ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਨੌਕਰ ਸੀ ਉਹਨਾਂ ਤੋਂ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ। ਜਾਂਚ ਅੱਗੇ ਵਧੀ ਤਾਂ ਜਿਹੜਾ ਖੁਲਾਸਾ ਹੋਇਆ ਉਹ ਬਹੁਤ ਹੈਰਾਨੀਜਨਕ ਸੀ ਪਰਿਵਾਰ ਵਾਸਤੇ। ਪਰਿਵਾਰ ਦੇ ਹੋਸ਼ ਉੜ ਗਏ ਕਿ ਘਰ ਦੀ ਨੂੰ ਮਾਧਰੀ ਨੇ ਸਨਸਨੀਖੇਜ ਘਟਨਾ ਨੂੰ ਅੰਜਾਮ ਦਿੱਤਾ ਹੈ। ਪੁੱਛਗਿੱਛ ਦੇ ਵਿੱਚ ਮਾਧਰੀ ਨੇ ਦੱਸਿਆ ਕਿ ਉਸਨੇ ਆਪਣੇ ਭਰਾ ਵੈਂਕਟੇਸ਼ ਉਹਦੇ ਨਾਲ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ। ਸਾਰੇ ਦਾ ਸਾਰਾ ਸਮਾਨ ਉਹ ਚੁੱਕ ਕੇ ਲੈ ਗਿਆ ਤੇ ਉਹਦੇ ਨਾਲ ਇੱਕ ਉਹਦਾ ਹੋਰ ਵਿਅਕਤੀ ਜਾਣਕਾਰ ਸੀ ਤੇ ਉਹਨੂੰ ਤਾਂ ਹੁਣ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਤੁਸੀਂ ਦੇਖੋ ਕਿ 1 ਕਰੋੜ ਤੋਂ ਜ਼ਿਆਦਾ ਦਾ ਚੋਰੀ ਕਹੀ ਹੈ ਜਾਂ ਡਾਕਾ ਆਪਣੇ ਆਪ ਆਪਣੇ ਘਰ ਦੇ ਵਿੱਚ ਇਸ ਔਰਤ ਨੇ ਮਰਵਾ ਦਿੱਤਾ ਸੀ। ਹੁਣ ਜਿਹੜੀ ਅਗਲੀ ਖਬਰ ਹੈ ਇਹ ਸੱਚਮੁੱਚ ਮੰਦਭਾਗੀ ਵੀ ਹੈ ਤੇ ਮਹੱਤਵਪੂਰਨ ਵੀ ਬਹੁਤ ਹੈ।
ਸਿੰਘੂ ਸਰਹੱਦ ਤੇ ਆ 26 ਤਰੀਕ ਨੂੰ ਪੂਰੇ 11 ਮਹੀਨੇ ਹੋ ਜਾਣੇ ਨੇ ਕਿਸਾਨਾਂ ਨੂੰ ਪ੍ਰਦਰਸ਼ਨ ਕਰਦਿਆਂ ਨੂੰ, ਤੇ ਉੱਥੇ ਇੱਕ ਵਿਅਕਤੀ ਦਾ ਬੀਤੇ ਦਿਨੀ ਕਤਲ ਹੋਇਆ ਸੀ। ਕਤਲ ਤੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕਰ ਦਿੱਤੀ ਗਈ ਹੈ। ਇਸ ਪਟੀਸ਼ਨ ਦੇ ਵਿੱਚ ਇੱਕ ਅਨੁਸੂਚਿਤ ਜਾਤੀ ਦੇ ਵਿਅਕਤੀ ਦੇ ਕਤਲ ਦਾ ਹਵਾਲਾ ਉਚੇਚੇ ਤੌਰ ਤੇ ਦਿੱਤਾ ਗਿਆ ਹੈ। ਮੈਂ ਇੱਥੇ ਟਿੱਪਣੀ ਕਰਦਿਆਂ ਕਿ ਬੰਦਾ ਭਾਵੇਂ ਅਨੁਸੂਚਿਤ ਜਾਤੀ ਹੋਵੇ, ਭਾਵੇਂ ਜਨਰਲ, ਕਿਸੇ ਵੀ ਜਾਤ ਦਾ ਹੋਵੇ, ਕਿਸੇ ਵੀ ਗੋਤ ਦਾ ਹੋਵੇ, ਕਿਸੇ ਵੀ ਸੂਬੇ ਦਾ ਹੋਵੇ, ਇਹ ਗੱਲ ਆਧਾਰ ਨਹੀਂ ਬਣਨੀ ਚਾਹੀਦੀ ਸੀ, ਪਰ ਬਣ ਗਈ ਹੈ। ਹਵਾਲਾ ਦਿੱਤਾ ਗਿਆ ਕਿ ਅਨੁਸੂਚਿਤ ਜਾਤੀ ਦਾ ਇੱਕ ਵਿਅਕਤੀ ਉੱਥੇ ਕਤਲ ਕੀਤਾ ਗਿਆ ਤੇ ਸੁਪਰੀਮ ਕੋਰਟ ਨੂੰ ਪਟੀਸ਼ਨ ਦੇ ਰਾਹੀਂ ਬੇਨਤੀ ਕੀਤੀ ਗਈ ਹੈ ਕਿ ਦਿੱਲੀ ਦੀਆਂ ਸਰਹੱਦਾਂ ਤੇ ਜਿਹੜਾ ਧਰਨਾ ਪ੍ਰਦਰਸ਼ਨ ਚੱਲ ਰਿਹਾ ਉਹ ਉੱਥੋਂ ਚੁਕਵਾਇਆ ਜਾਵੇ ਤੇ ਇਹਨਾਂ ਨੂੰ ਉੱਥੋਂ ਹਟਾਇਆ ਜਾਵੇ ਤੇ ਤੁਰੰਤ ਇਸ ਪਟੀਸ਼ਨ ਤੇ ਸੁਣਵਾਈ ਵੀ ਕੀਤੀ ਜਾਵੇ। ਤੇ ਦਲੀਲ ਦਿੱਤੀ ਗਈ ਹੈ ਕਿ ਬੋਲਣ ਦੀ ਆਜ਼ਾਦੀ ਹੈ, ਪਰ ਬੋਲਣ ਦੀ ਆਜ਼ਾਦੀ ਹੈ ਜਿਹੜੀ, ਇਹ ਕਿਸੇ ਦੇ ਜੀਵਨ ਦੇ ਅਧਿਕਾਰ ਤੋਂ ਉੱਪਰ ਦੀ ਆਜ਼ਾਦੀ ਨਹੀਂ ਹੋ ਸਕਦੀ। ਸਵਾਤੀ ਗੋਇਲ ਅਤੇ ਸੰਜੀਵ ਨਿਵਾਰ ਨੇ ਐਡਵੋਕੇਟ ਸ਼ਸ਼ਾਂਕ ਸ਼ੇਖਰ ਝਾਅ ਦੇ ਜ਼ਰੀਏ ਇਹ ਅੰਤਰਿਮ ਪਟੀਸ਼ਨ ਆਪਣੀ ਪੈਂਡਿੰਗ ਪਟੀਸ਼ਨ ਦੇ ਵਿੱਚ ਦਾਇਰ ਕਰ ਦਿੱਤੀ ਹੈ, ਜਿਸ ਦੇ ਵਿੱਚ ਆਖਿਆ ਗਿਆ ਕਿ ਜੇਕਰ ਇਹਨਾਂ ਵਿਰੋਧ ਪ੍ਰਦਰਸ਼ਨਾਂ ਨੂੰ ਇਸੇ ਤਰ੍ਹਾਂ ਜਾਰੀ ਰਹਿਣ ਦਿੱਤਾ ਤਾਂ ਭਾਰਤ ਨੂੰ ਵੱਡੇ ਪੱਧਰ ਤੇ ਨੁਕਸਾਨ ਝੱਲਣਾ ਪਏਗਾ। ਪਟੀਸ਼ਨ ਵਿੱਚ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਗਈ ਕਿ ਉਹ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਨਿਰਦੇਸ਼ ਦੇਵੇ ਕਿ ਸਾਰੇ ਪ੍ਰਕਾਰ ਦੇ ਪ੍ਰਦਰਸ਼ਨਾਂ ਤੇ ਰੋਕ ਲਗਾਈ ਜਾਵੇ। ਮਹਾਮਾਰੀ ਖਤਮ ਹੋਣ ਤੱਕ ਇਸ ਤਰ੍ਹਾਂ ਦੇ ਪ੍ਰਦਰਸ਼ਨਾਂ ਨੂੰ ਆਗਿਆ ਨਾ ਦਿੱਤੀ ਜਾਵੇ। ਖਬਰ ਏਜੰਸੀ PTI ਦੇ ਅਨੁਸਾਰ ਜਨਹਿਤ ਪਟੀਸ਼ਨ ਦੇ ਵਿੱਚ ਦੱਸਿਆ ਗਿਆ ਹੈ ਕਿ ਪ੍ਰਦਰਸ਼ਨ ਗੈਰ ਕਾਨੂੰਨੀ ਹੈ, ਜਿਸ ਵਿੱਚ ਮਨੁੱਖਤਾ ਵਿਰੋਧੀ ਕਾਰਵਾਈਆਂ ਹੋ ਰਹੀਆਂ ਨੇ। ਅਜਿਹੇ ਪ੍ਰਦਰਸ਼ਨ ਜਾਰੀ ਰਹਿਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਪਟੀਸ਼ਨ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪ੍ਰਦਰਸ਼ਨਾਂ 'ਚ ਗਣਤੰਤਰ ਦਿਵਸ ਤੇ ਟਰੈਕਟਰ ਰੈਲੀ ਕੱਢੀ ਗਈ, ਉੱਥੇ ਹਿੰਸਾ ਹੋਈ, ਔਰਤ ਨਾਲ ਜ਼ਬਰ ਜਨਾਹ ਹੋਇਆ। ਦੁਸ਼ਹਿਰੇ ਦੇ ਮੌਕੇ ਤੇ ਇੱਕ ਦਲਿਤ ਆਦਮੀ ਲਖਵੀਰ ਸਿੰਘ ਦਾ ਕਤਲ ਕਰ ਦਿੱਤਾ ਗਿਆ। ਪਟੀਸ਼ਨ ਦੇ ਵਿੱਚ ਇਸ ਗੱਲ ਦਾ ਜ਼ਿਕਰ ਵੀ ਹੈ ਕਿ ਕਰੋਨਾ ਸੰਕਟ ਦੇ ਕਾਰਨ ਤਿਉਹਾਰਾਂ ਦੇ ਮੌਸਮ 'ਚ ਵੀ ਜਸ਼ਨ ਮਨਾਉਣ, ਮੰਦਰਾਂ 'ਚ ਜਾਣ, ਸਕੂਲ ਕਾਲਜ ਜਾਣ ਤੇ ਹੁਣ ਤੱਕ ਪਾਬੰਦੀਆਂ ਲੱਗੀਆਂ ਰਹੀਆਂ ਨੇ। ਫਿਰ ਇਸ ਤਰ੍ਹਾਂ ਦੇ ਪ੍ਰਦਰਸ਼ਨਾਂ ਨੂੰ ਆਗਿਆ ਕਿਉਂ? ਇਹ ਸਹੀ ਨਹੀਂ। ਪ੍ਰਦਰਸ਼ਨਕਾਰੀ ਉਹਨਾਂ ਦੇ ਨਾਲ ਦੇਸ਼ ਦੇ ਲੱਖਾਂ ਲੋਕਾਂ ਦੀ ਜਾਨ ਨੂੰ ਖਤਰੇ 'ਚ ਪਾ ਰਹੇ ਨੇ। ਅਜਿਹੀ ਸਥਿਤੀ ਜਦੋਂ ਮਹਾਮਾਰੀ ਚੱਲ ਰਹੀ ਹੋਵੇ, ਇੰਨੇ ਲੰਬੇ ਅੰਦੋਲਨ ਦੀ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ। ਜਨਤਕ ਥਾਵਾਂ ਤੇ ਲੰਬਾ ਸਮਾਂ ਪ੍ਰਦਰਸ਼ਨ ਕਰਨਾ ਸੁਪਰੀਮ ਕੋਰਟ ਦੇ ਹੁਕਮਾਂ ਦੀ ਸਪਸ਼ਟ ਉਲੰਘਣਾ ਹੈ। ਇਹ ਲੋਕਾਂ ਦੇ ਜੀਣ ਦੇ ਅਧਿਕਾਰ ਦੀ ਉਲੰਘਣਾ ਹੈ। ਦੂਸਰੇ ਪਾਸੇ ਸਰਹੱਦ ਤੇ ਜਿਹੜਾ ਇਹ ਕਤਲ ਹੋਇਆ, ਇਸ ਮਾਮਲੇ ਦੇ ਵਿੱਚ ਰੋਜ਼ ਕੁਝ ਨਾ ਕੁਝ ਨਵੀਆਂ ਪਰਤਾਂ ਖੁੱਲ੍ਹ ਰਹੀਆਂ ਨੇ। ਪਹਿਲਾਂ ਇੱਕ ਗ੍ਰਿਫਤਾਰੀ, ਫਿਰ 2 ਗ੍ਰਿਫਤਾਰੀਆਂ, ਹੁਣ 4 ਗ੍ਰਿਫਤਾਰੀਆਂ ਆਖੀ ਜਾਂ ਆਤਮ ਸਮਰਪਣ ਆਖੀਏ। ਪਰ ਚਾਰੇ ਨਿਹੰਗ ਸਿੰਘਾਂ ਨੇ ਆਖਿਆ ਕਿ ਉਹਨਾਂ ਨੂੰ ਆਪਣੇ ਕੀਤੇ ਤੇ ਮਲਾਲ ਕੋਈ ਨਹੀਂ। ਇਹਨਾਂ ਨੇ ਸਾਡੇ ਗੁਰੂ ਦੀ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਅਸੀਂ ਇਹਨੂੰ ਮੌਕੇ ਤੇ ਝਟਕਾ ਦਿੱਤਾ, ਦੱਸ ਦਿੱਤਾ ਕਿ ਪ੍ਰਦਰਸ਼ਨ ਕਿਸਾਨ ਕਰ ਰਹੇ ਨੇ, ਅਸੀਂ ਵੱਖਰੇ ਤੌਰ ਤੇ ਇੱਥੇ ਜਥੇਬੰਦੀ ਦੇ ਤੌਰ ਤੇ ਬੈਠੇ ਸੀ, ਪਰ ਇੱਥੇ ਜੇਕਰ ਸਾਡੇ ਗੁਰੂ ਦੀ ਆ ਕੇ ਕੋਈ ਬੇਅਦਬੀ ਕਰੇਗਾ, ਬੀਤੀਆਂ ਬੇਅਦਬੀਆਂ ਦਾ ਸਾਨੂੰ ਇਨਸਾਫ ਨਹੀਂ ਮਿਲਿਆ, ਅਸੀਂ ਇਸ ਕਰਕੇ ਸੋਧਾ ਲਾ ਦਿੱਤਾ ਕਿ ਅੱਗੇ ਤੋਂ ਬੇਅਦਬੀ ਕਰਨ ਤੋਂ ਪਹਿਲਾਂ ਅਗਲਾ 1000 ਵਾਰ ਸੋਚੇਗਾ। ਜਿਸ ਹੱਥ ਨਾਲ ਉਸਨੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ, ਹੱਥ ਵੱਢ ਦਿੱਤਾ। ਜਿਹੜੀ ਲੱਤ ਨਾਲ ਚੱਲ ਕੇ ਅੱਗੇ ਵਧਿਆ, ਲੱਤ ਵੱਢ ਦਿੱਤੀ ਤੇ ਫਿਰ ਉਸ ਦੀ ਲਾਸ਼ ਪੁੱਠੀ ਟੰਗ ਦਿੱਤੀ ਸੀ। ਇਹ ਮਸਲਾ ਸੱਚਮੁੱਚ ਗੰਭੀਰ ਹੁੰਦਾ ਜਾ ਰਿਹਾ ਹੈ। ਜਿੱਥੇ ਬੀਤੇ ਦਿਨੀ ਵਿਜੇ ਸੰਪਲਾ ਹੋਰਾਂ ਨੇ ਆਖਿਆ ਸੀ ਕਿ ਭਾਈ ਦਲਿਤ ਭਾਈਚਾਰੇ ਨਾਲ ਸੰਬੰਧਿਤ ਸੀ, ਹੁਣ ਤੁਸੀਂ ਦੇਖੋ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਪਾ ਦਿੱਤੀ ਹੈ। ਮੈਂ ਹਵਾਲਾ ਦੇ ਦਿਆਂ, ਸੁਪਰੀਮ ਕੋਰਟ ਨੇ ਬੀਤੇ ਦਿਨੀ ਵੀ ਆਖ ਦਿੱਤਾ ਸੀ ਲਖੀਮਪੁਰ ਖੀਰੀ ਵਾਲੀ ਘਟਨਾ ਤੋਂ ਬਾਅਦ ਕਿ ਜਦੋਂ ਕਾਨੂੰਨ ਸਟੇ ਕੀਤੇ ਹੋਏ ਨੇ, ਫਿਰ ਪ੍ਰਦਰਸ਼ਨ ਦਾ ਕੀ ਮਕਸਦ ਰਹਿ ਜਾਂਦਾ ਹੈ। ਹੁਣ ਸ਼ਾਇਦ ਬਲਦੀ ਦੇ ਉੱਤੇ ਤੇਲ ਪੈ ਜਾਣਾ ਹੈ। ਸੋ ਇਹਦੇ ਕਈ ਪਹਿਲੂ ਨੇ। ਕਿਤੇ ਜਾਣ ਬੁੱਝ ਕੇ ਤਾਂ ਇਹ ਕੰਮ ਕੀਤਾ ਜਾਂ ਕਰਵਾਇਆ ਤਾਂ ਨਹੀਂ ਗਿਆ, ਤਾਂ ਕਿ ਇਸ ਸੰਘਰਸ਼ ਨੂੰ ਹਟਾਉਣ ਦੇ ਲਈ ਜ਼ੋਰ ਪਾਇਆ ਜਾਵੇ। ਪਰ ਇਹਦਾ ਇੱਕ ਨਵਾਂ ਜਿਹੜਾ ਖੁਲਾਸਾ ਹੋਇਆ ਉਹ ਇਹ ਹੈ ਕਿ ਕਤਲ ਹੋ ਗਿਆ, ਇਹਦੇ ਵਿੱਚ ਕੋਈ ਇਹ ਨਹੀਂ ਕਿ ਹੋਇਆ ਨਹੀਂ। ਪਰ ਜਿਹੜਾ ਕਤਲ ਵਿਅਕਤੀ ਹੋਇਆ, ਉਹਦੀ ਭੈਣ ਨੇ ਆਖਿਆ, ਰਾਜਵਿੰਦਰ ਕੌਰ ਉਹਨਾਂ ਦਾ ਨਾਮ ਹੈ, ਉਹ ਵੱਡਾ ਖੁਲਾਸਾ ਕਰਦੇ ਨੇ। ਉਹ ਕਹਿੰਦੇ ਉਹਨਾਂ ਦਾ ਭਰਾ ਨਸ਼ੇੜੀ ਜ਼ਰੂਰ ਸੀ ਪਰ ਬੇਅਦਬੀ ਨਹੀਂ ਕਰ ਸਕਦਾ। ਪਰ ਸਵਾਲ ਇਹ ਪੈਦਾ ਹੁੰਦਾ, ਕਈ ਵਾਰੀ ਨਸ਼ੇੜੀ ਵਿਅਕਤੀ ਲਾਲਚ ਵਿੱਚ ਆ ਕੇ ਕੁਝ ਵੀ ਕਰ ਸਕਦਾ ਹੈ, ਪਰ ਇਹ ਜਾਂਚ ਦਾ ਵਿਸ਼ਾ ਹੈ। ਉਹ ਕਹਿੰਦੇ ਘਰੋਂ 50 ਰੁਪਏ ਲੈ ਕੇ ਦਾਣਾ ਮੰਡੀ ਝਬਾਲ ਦੇ ਵਿੱਚ ਮਜ਼ਦੂਰੀ ਕਰਨ ਗਿਆ ਸੀ। ਇਹ ਲੋਕ ਤਸਦੀਕ ਵੀ ਕਰਦੇ ਆ, ਦਾਣਾ ਮੰਡੀ 'ਚ ਉਹਨੂੰ ਵੇਖਿਆ ਗਿਆ ਸੀ। ਉਹਨਾਂ ਇਹ ਵੀ ਦੱਸਿਆ ਕਿ 13 ਅਕਤੂਬਰ ਵਾਲੇ ਦਿਨ ਉਹ ਇੱਕ ਵਿਆਹ ਵਿੱਚ ਸ਼ਾਮਲ ਹੋਣ ਵਾਸਤੇ ਗਿਆ ਸੀ ਅਤੇ ਨਿਹੰਗ ਸਿੰਘ ਦੇ ਬਾਣੇ ਵਿੱਚ ਇੱਕ ਵਿਅਕਤੀ ਦੇ ਨਾਲ ਉਹ ਘਰੋਂ ਗਿਆ ਹੈ।
घरों आके कहण दा भाव दिल्ली नूं एक निहंग सिंह लैके गया। फिर ये तारां जोड़न की कोशिश करनी चाहिए है कि जे निहंग सिंह ही लैके गए ने, निहंग सिंघां दी छाउणी ते उसने बेअदबी की है, तो ये पिछे कारण की हो सकते हैं। ते नाल उन्होंने ये भी दस्सिया कि बीते कुछ क दिनां तों वो इकल्ला होके किसी नाल लंबियां चौड़ियां गल्लां बातां करदा सी। जे असीं उस कमरे विच चले जांदे सी तां सानूं वो बाहर कढ के कुंडी ला के अंदर लंबियां चौड़ियां गल्लां बातां करदा सी ते सानूं कमरे चों बाहर कढ दिंदा सी। जदों असीं पुछदे सी गलबात किहदे नाल कर रहे हैं, तो आखदा सी कि संधू नां दा एक व्यक्ति है, हुण मेरी पहुंच बहुत दूर तक हो गई, पर पिंड दे लोग कहंदे नशेड़ी जरूर सी, पर वो व्यक्ति कतल नहीं कर सकता। पर बाद दे विच पिंड दे लोकां ने आख्या सी कि असीं पिंड विच उहदा संस्कार भी नहीं कर देना, पर बाद दे विच पुलिस दे सुरੱਖਿਆ ਪਹਿਰੇ ਦੇ ਹੇਠ चीमा कलां दे विच उहदा संस्कार कर दिता गया। हुण जेकर उहदी भैण कहंदी है कि लंबी चौड़ी गलबात करदा सी, बड़ा सुखाला है, ये उहदी फोन डिटेल कढा लेनी चाहिए है कि किहदे नाल गल्लां करदा सी। CCTV कैमरे अनेकां पिंडां ते शहरां 'ਚ लगे हुए ने, वेखना चाहिए कि वो जदों चीमा कलां तो ਸਿੰਘੂ तक पहुंचिया तो किहदे नाल जा रहा है, कि सचमुच किते ये निहंग सिंह आप ही तो नहीं लैके गए, जां निहंग सिंघां दे बाणे विच कोई उत्थे उहनूं लैके तो नहीं गया। पर दूसरे पासे हुण तक ये भी गल है कि बेअदबी होई, उहदे कारण इस व्यक्ति का कतल हो गया, पर बेअदबी कीते जाण दी कोई तस्वीर, कोई वीडियो हाले तक सामने नहीं आई। इस करके दोवें जांच के विषय ने ते दोवें गंभीर ने, ते इहदे नाल संयुक्त किसान मोर्चे वालों चल रहे धरने प्रदर्शन ते बदल मंडरा रहे हैं। हुण पोस्टमार्टम रिपोर्ट भी सामने आ गई है, ठीक है, हत्या हो चुकी है। इस मुद्दे ते भारतीय किसान यूनीयन के कौमी बुलारे ने राकेश टकैत, उन्हों का बयान भी सामने आया, जिहड़ा उन्होंने मीडिया को बयान दिता है। उहदे विच टकैत साहब आखदे ने कि जिस व्यक्ति की हत्या की वो बंदा तो बेअदबी का दोषी आख्या जाता है, पर जिन्हां ने हत्या की है उन्होंने अपना अपराध कबूल कर लिया, उन्होंने तो आत्म समर्पण भी कर दिता है। उहदे विच होर किहड़े-किहड़े लोग शामिल सी जां हन, वो कहंदे हाले जांच का विषय है, पर इहदा अंदोलन उपर असर शायद ना पवे, उन्हों का कहना है। वो कहंदे संयुक्त किसान मोर्चा अपने आप नूं पहिलां ही इस घटना नालों अलग कर चुकिया है। संयुक्त किसान मोर्चे के आगूआ बलवीर सिंह राजेवाल, डॉक्टर दर्शनपाल, बूटा सिंह बुरजगिल, सतनाम सिंह सानी, हरिंदर सिंह लखोवाल, हरमीत सिंह कातिया, मेजर सिंह पुन्नावाल, बलदेव सिंह निहालगढ़, कुलदीप सिंह वजीदपुर, लगभग सारे ही किसान आगूआ ने। वो कहते ठीक है, एक घटना वापर गई है तो इनकार नहीं किया जा सकता, पर मोर्चे नाल छाउणी का निहंग सिंघां का कोई लैण देण नहीं। इत्थों तक कि जोगिंदर यादव ने यह भी आख दिता है कि असीं पहलां भी आख्या सी, असीं हुण भी आखदे हां कि साडा जिहड़ा संघर्ष चल रहा कोई धार्मिक नहीं, निहंग सिंह जथेबंदियां कृपा करके इत्थों उठ के चले जाण। ते नाल उन्होंने ये आख्या कि जिहड़े मौजूदा शासक ने, जिन्हां ने 3 खेती के एक कानून बनाए ने, कारपोरेट घराणिਆਂ ਨੂੰ फायदा पहुँचाउण की गल की जा रही है। तो कहते ये जिहड़ी घटना वापरी है दुखदाई है, ये कहते असीं मनदे हां, पर किसान मोर्चे का कातल ते मकतूल दोवां नाल ही कोई संबंध नहीं। किसान आगूआं ने आख्या कि सरकार ते बीजेपी इस मंदभागी घटना नूं लैके किसान अंदोलन नूं दरअसल बदनाम करना चाहुंदी है, तो बंद करे। देशी विदेशी कारपोरेट घराणे ते इन्हां दे हक विच नीतियां बनाउण वाले सियासतदान अजोके दौर के कहंदे रावण ने। आ बीते दिन ही तुहानूं याद होना कि दशहरा मना के हटे हैं, दशहरे तो दूसरे दिन भाव कल मोदी, शाह, अडानी, खट्टर, योगी इन्हां दे पुतले साड़े गए सी। लखीमपुर खीरी कांड ते भी उन्होंने दस्सिया कि देखो, कहंदे केंद्रीय गृह राज मंत्री अजय मिश्रा नूं ना हाले तक बरखास्त किया ते ना गिरफ्तार किया। इस वास्ते संयुक्त किसान मोर्चे ने आख्या कि 18 अक्तूबर नूं भारत भर दे विच रेलां रोकीਆਂ जाणगीਆਂ। ਇਹ ਜਿਹੜਾ ਅਸੀਂ ਸੱਦਾ ਦਿੱਤਾ ਸੀ, ਇਹ ਸੱਦਾ 18 ਅਕਤੂਬਰ ਨੂੰ ਲਾਗੂ ਰਹੇਗਾ। ਸਵੇਰ ਦੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਰੇਲਾਂ ਰੋਕਣ ਦਾ ਪ੍ਰੋਗਰਾਮ ਲਾਗੂ ਕਰਨ ਦਾ ਉਹਨਾਂ ਨੇ ਐਲਾਨ ਕਰ ਦਿੱਤਾ ਹੈ। ਪਰ ਮੈਂ ਜ਼ਿਕਰ ਕਰ ਰਿਹਾ ਸੀ ਕਿ ਜਿਸ ਵਿਅਕਤੀ ਦਾ ਕਤਲ ਹੋਇਆ ਨਾ ਉਹਦਾ ਲਖਵੀਰ ਸਿੰਘ ਟੀਟੂ ਵੀ ਕਹਿੰਦੇ ਆ, ਉਹਦਾ ਪੋਸਟਮਾਰਟਮ ਉਹਦੀ ਰਿਪੋਰਟ ਆ ਗਈ ਤੇ ਸੰਸਕਾਰ ਉਹਦਾ ਕਰ ਦਿੱਤਾ ਗਿਆ। ਪੋਸਟਮਾਰਟਮ ਉਹਦੀ ਵੀਡੀਓਗ੍ਰਾਫੀ ਵੀ ਕੀਤੀ ਗਈ ਹੈ। CMO ਨੇ 3 ਡਾਕਟਰਾਂ ਦੀ ਟੀਮ बना के ਇਹ पोस्टमार्टम करवाया, बकायदा तौर पर ਉਹਦੀ ਵੀਡੀਓਗ੍ਰਾਫੀ ਕੀਤੀ ਗਈ। सूत्र दस रहे हैं कि लखवीर के शरीर ते करीब 22 सट्टां के निशान सन, उन्हां विचों 10 जख्म काफ़ी डूंघे सी ते उन्हां जख्मां के कारण ही ज़्यादा खून वह गया तो उसकी मौत हो गई।
ਉਸ ਦੀ ਮੌਤ ਸਵੇਰੇ 4 ਤੋਂ 5 ਵਜੇ ਦੇ ਦਰਮਿਆਨ ਹੋਈ ਦੱਸੀ ਜਾ ਰਹੀ ਹੈ, ਜਦੋਂ ਕਿ ਨਿਹੰਗ ਸਿੰਘਾਂ ਨੇ ਆਖਿਆ ਸੀ ਕਿ ਤਕਰੀਬਨ 3:30 ਵਜੇ ਅਸੀਂ ਘੋੜਿਆਂ ਦੀ ਸੇਵਾ ਕਰਨ ਲੱਗੇ ਸੀ। ਅਸੀਂ ਉਸ ਵਕਤ ਦੇਖਿਆ ਸੀ ਕਿ ਇਹ ਬੇਅਦਬੀ ਕਰਨ ਲੱਗਿਆ ਸੀ, ਪਰ ਇਹਦੀ ਮੌਤ 4 ਤੋਂ 5 ਵਜੇ ਦੇ ਦਰਮਿਆਨ ਪੋਸਟਮਾਰਟਮ ਦੀ ਰਿਪੋਰਟ ਦੱਸ ਰਹੀ ਹੈ। ਹੁਣ ਇਹ ਘਟਨਾ ਵਾਪਰ ਚੁੱਕੀ ਹੈ। ਇਹਦੇ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਨੇ ਇੱਕ ਹੋਰ ਫੈਸਲਾ ਕੀਤਾ। ਉਹ ਕਹਿੰਦੇ ਠੀਕ ਹੈ, ਬੀਤੇ ਸ਼ੁੱਕਰਵਾਰ ਨੂੰ ਬੇਰਹਿਮੀ ਨਾਲ ਇਸ ਵਿਅਕਤੀ ਦਾ ਉੱਥੇ ਕਤਲ ਕਰ ਦਿੱਤਾ ਗਿਆ ਤੇ ਇਹਦੀ ਅਸੀਂ ਆਲੋਚਨਾ ਕਰਦੇ ਹਾਂ, ਪਰ ਦੂਸਰੇ ਪਾਸੇ ਬੇਅਦਬੀ ਦੀ ਘਟਨਾ ਦੀ ਵੀ ਆਲੋਚਨਾ ਕਰਦੇ ਹਾਂ ਤੇ ਉਹਦੀ ਵੀ ਜਾਂਚ ਹੋਣੀ ਚਾਹੀਦੀ ਹੈ। ਭਾਵ ਦੋਵੇਂ ਜਾਂਚ ਦੇ ਵਿਸ਼ੇ ਨੇ, ਪਰ ਨਾਲ ਕਿਸਾਨ ਆਗੂ ਵੀ ਆਲੋਚਨਾ ਦਾ ਸਾਹਮਣਾ ਕਰ ਰਹੇ ਨੇ। ਉਹਨਾਂ ਨੇ ਆਖਿਆ ਕਿ ਧਰਨੇ ਵਾਲੀਆਂ ਥਾਵਾਂ ਤੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਜਾਣਗੇ। ਉਹਨਾਂ ਇਹ ਵੀ ਆਖਿਆ ਕਿ CCTV ਕੈਮਰੇ ਪਹਿਲਾਂ ਨਾਲੋਂ ਵਧਾਏ ਜਾਣਗੇ, ਵਲੰਟੀਅਰ ਹੋਰ ਤਾਇਨਾਤ ਕੀਤੇ ਜਾਣਗੇ। ਉਹਨਾਂ ਇੱਕ ਵਾਰੀ ਫਿਰ ਤੋਂ ਜ਼ੋਰ ਦੇ ਕੇ ਆਖਿਆ ਕਿ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੇ ਕਿਸਾਨਾਂ ਦਾ, ਕਿਸਾਨ ਆਗੂਆਂ ਦਾ ਇਸ ਘਟਨਾ ਦੇ ਨਾਲ ਕੋਈ ਲੈਣ ਦੇਣ ਨਹੀਂ, ਸੰਘਰਸ਼ ਜਾਰੀ ਰਹੇਗਾ। ਦੱਸਣਾ ਬਣਦਾ ਹੈ ਕਿ ਸੰਯੁਕਤ ਕਿਸਾਨ ਮੋਰਚਾ ਪਹਿਲਾਂ ਵੀ ਬਿਆਨ ਜਾਰੀ ਕਰ ਚੁੱਕਿਆ ਹੈ, ਇਸ ਘਟਨਾ ਨਾਲੋਂ ਆਪਣੇ ਆਪ ਨੂੰ ਅਲੱਗ ਕਰ ਚੁੱਕਿਆ ਹੈ, ਪਰ ਦੂਸਰੇ ਪਾਸੇ ਵਿਰੋਧੀ ਨੇ ਨਾ ਜਿਹੜੇ, ਉਹ ਮੌਕੇ ਤੇ ਚੌਕਾ ਲਾਉਣੋਂ ਬਾਜ ਨਹੀਂ ਆਉਂਦੇ। ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਨੇ ਅਸ਼ਵਨੀ ਸ਼ਰਮਾ, ਉਹਨਾਂ ਨੇ ਸਿੰਘੂ ਸਰਹੱਦ ਤੇ ਜਿਹੜੀ ਇਹ ਘਟਨਾ ਵਾਪਰੀ ਹੈ ਉਹਨੂੰ ਆਧਾਰ ਬਣਾ ਕੇ ਕਿਸਾਨੀ ਅੰਦੋਲਨ ਤੇ ਤਿੱਖੇ ਹਮਲੇ ਸ਼ੁਰੂ ਕਰ ਦਿੱਤੇ ਨੇ। ਉਹ ਕਹਿੰਦੇ ਦਿੱਲੀ ਦੀਆਂ ਸਰਹੱਦਾਂ ਤੇ ਕਿਸਾਨੀ ਸੰਘਰਸ਼ ਚੱਲ ਰਿਹਾ ਹੈ। ਇਹ ਕਿਸਾਨੀ ਸੰਘਰਸ਼ ਨਹੀਂ, ਕਹਿੰਦੇ ਅਪਰਾਧ ਦਾ ਕੇਂਦਰ ਬਣ ਚੁੱਕਿਆ ਹੈ। ਅਸ਼ਵਨੀ ਸ਼ਰਮਾ ਨੇ ਇੱਕ ਬਿਆਨ ਦਿੱਤਾ ਹੈ। ਉਸ ਬਿਆਨ ਦੇ ਵਿੱਚ ਆਖਿਆ ਕਿ ਅੰਦੋਲਨ ਦੀ ਆੜ ਹੇਠ ਕਿਸਾਨ ਮਨਮਾਨੀਆਂ ਕਰ ਰਹੇ ਨੇ, ਕਾਨੂੰਨ ਵਿਵਸਥਾ ਲਈ ਚੁਣੌਤੀ ਬਣੇ ਖੜੇ ਨੇ। ਨਾਲ ਹੀ ਉਹਨਾਂ ਨੇ ਕਿਹਾ ਕਿ ਅੰਦੋਲਨ ਵਾਲੀ ਥਾਂ ਤੇ ਸਮੂਹਕ ਬਲਾਤਕਾਰ ਤੋਂ ਲੈ ਕੇ ਲੁੱਟਾਂ ਖੋਹਾਂ, ਹੱਤਿਆਵਾਂ ਦੇ ਸਮੇਤ ਕਈ ਘਟਨਾਵਾਂ ਵਾਪਰ ਚੁੱਕੀਆਂ ਨੇ। ਤੇ ਜਦੋਂ ਕਹਿੰਦੇ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰਦੀ ਹੈ, ਸੰਯੁਕਤ ਕਿਸਾਨ ਮੋਰਚੇ ਦੇ ਆਗੂ ਹਮੇਸ਼ਾ ਪੱਲਾ ਝਾੜਦੇ ਅਤੇ ਲਾਂਭੇ ਹੋ ਜਾਂਦੇ ਆ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕਿਸਾਨ ਅੰਦੋਲਨ ਦੇ ਦੌਰਾਨ ਵਾਪਰ ਰਹੀਆਂ ਅਪਰਾਧ ਦੀਆਂ ਘਟਨਾਵਾਂ ਲਈ ਸਿੱਧੇ ਤੌਰ ਤੇ ਮੋਰਚੇ ਦੇ ਆਗੂ ਜ਼ਿੰਮੇਵਾਰ ਨੇ। ਉਹ ਇੱਥੇ ਹੀ ਨਹੀਂ ਰੁਕੇ, ਸਿੰਘੂ ਸਰਹੱਦ ਵਾਲੀ ਘਟਨਾ ਦਾ ਜ਼ਿਕਰ ਨਹੀਂ ਕੀਤਾ। ਉਹ ਕਹਿੰਦੇ ਪੰਜਾਬ ਦੇ ਵਿੱਚ ਭਾਜਪਾ ਆਗੂਆਂ ਦੇ ਘਰਾਂ ਅੱਗੇ ਗੈਰ ਕਾਨੂੰਨੀ ਢੰਗ ਨਾਲ ਕਿਸਾਨ ਧਰਨੇ ਦੇਈ ਜਾ ਰਹੇ ਨੇ। ਪੰਜਾਬ ਸਰਕਾਰ ਵੀ ਨਹੀਂ ਕੁਝ ਕਰ ਰਹੀ, ਜ਼ਿਲ੍ਹਾ ਪ੍ਰਸ਼ਾਸਨ ਵੀ ਨਹੀਂ ਕੁਝ ਕਰ ਰਿਹਾ, ਸਗੋਂ ਸਮਰਥਨ ਕਰ ਰਿਹਾ ਹੈ। ਇਹਦੇ ਤੋਂ ਇਲਾਵਾ ਕਹਿੰਦੇ ਪੰਜਾਬ ਦੇ ਵਿੱਚ ਕਥਿਤ ਕਿਸਾਨਾਂ ਦੇ ਵੱਲੋਂ ਪੁਲਿਸ ਦੇ ਸਾਹਮਣੇ, ਪੁਲਿਸ ਦੀ ਮੌਜੂਦਗੀ ਦੇ ਵਿੱਚ ਕਈ ਭਾਜਪਾ ਆਗੂਆਂ ਤੇ ਕਾਤਲਾਨਾ ਹਮਲੇ ਕੀਤੇ ਗਏ ਨੇ। ਭਾਜਪਾ ਦੇ ਪ੍ਰੋਗਰਾਮ ਰੱਦ ਕਰਨੇ ਪਏ, ਭਾਜਪਾ ਦੇ ਦਫ਼ਤਰਾਂ ਦੀ ਭੰਨ ਤੋੜ ਦੀਆਂ ਘਟਨਾਵਾਂ ਹੋ ਚੁੱਕੀਆਂ ਨੇ, ਪਰ ਪੁਲਿਸ ਮੁਲਜ਼ਮਾਂ ਦੇ ਖਿਲਾਫ ਹਾਲੇ ਤੱਕ ਕੋਈ ਕਾਰਵਾਈ ਨਹੀਂ ਕਰ ਰਹੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਕਾਂਗਰਸੀ ਨੇਤਾਵਾਂ ਦੇ ਕੋਲੋਂ ਪੰਜਾਬ ਦੀ ਕਾਨੂੰਨ ਵਿਵਸਥਾ, ਕਾਨੂੰਨ ਦੀ ਸਥਿਤੀ ਤਾਂ ਸੰਭਾਲੀ ਨਹੀਂ ਜਾਂਦੀ, ਦੂਸਰੇ ਸੂਬਿਆਂ ਦੇ ਵਿੱਚੋਂ ਜਾ ਕੇ ਧਰਨੇ ਦਿੰਦੇ ਫਿਰਦੇ ਆ। ਦਰਅਸਲ ਉਹਨਾਂ ਦਾ ਇਹ ਇਸ਼ਾਰਾ ਕੀ ਸੀ ਕਿ ਲਖੀਮਪੁਰ ਖੀਰੀ ਦੇ ਵਿੱਚ ਬੀਤੀ 3 ਅਕਤੂਬਰ ਨੂੰ ਇੱਕ ਦੁਰਘਟਨਾ ਵਾਪਰੀ ਸੀ ਜਿੱਥੇ 8 ਮੌਤਾਂ ਹੋ ਗਈਆਂ ਸੀ। ਉਹਦੇ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਵੀ ਗਏ ਸੀ ਉੱਥੇ। 50-50 ਲੱਖ ਰੁਪਇਆ ਕਿਸਾਨ ਜਿਹੜੇ ਮਰ ਗਏ ਸੀ, ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦਿੱਤਾ ਸੀ। ਉਹਦੇ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਵੀ ਉੱਥੇ ਗਏ ਸੀ। ਘਟਨਾ ਸਥਾਨ ਦਾ ਦੌਰਾ ਸੁਖਜਿੰਦਰ ਸਿੰਘ ਰੰਧਾਵਾ ਉਪ ਮੁੱਖ ਮੰਤਰੀ ਪੰਜਾਬ ਨੇ ਵੀ ਕੀਤਾ ਸੀ। ਉਹ ਕਹਿੰਦੇ ਉੱਥੇ ਤਾਂ ਜਾਂਦੇ ਆ, ਧਰਨੇ ਦਿੰਦੇ ਆ, ਪਰ ਪੰਜਾਬ ਦੀ ਉਹਨਾਂ ਕੋਲੋਂ ਕਾਨੂੰਨ ਵਿਵਸਥਾ ਸੰਭਾਲੀ ਨਹੀਂ ਜਾਂਦੀ। ਹੁਣ ਮੈਂ ਪਹਿਲਾਂ ਹੀ ਕਿਹਾ ਸੀ ਕਿ ਤੁਸੀਂ ਇਹ ਵੇਖਿਓ ਕਿ ਕਾਨੂੰਨ ਆਪਣੀ ਥਾਂ ਤੇ ਹੈ, ਬੇਅਦਬੀ ਆਪਣੀ ਥਾਂ ਤੇ ਹੈ, ਕਤਲ ਕਿਹਨੇ ਕੀਤਾ, ਕਤਲ ਕੌਣ ਹੋਇਆ, ਵੱਖੋ ਵੱਖ ਪਹਿਲੂ ਨੇ। ਪਰ ਉਸੇ ਦਿਨ ਆਪਾਂ ਇਹ ਸ਼ੰਕੇ ਪ੍ਰਗਟਾਏ ਸੀ ਕਿ ਭਾਰਤੀ ਜਨਤਾ ਪਾਰਟੀ ਨੂੰ, ਕੇਂਦਰ ਨੂੰ ਤੇ ਬਾਕੀ ਜਿਹੜੀਆਂ ਕੇਂਦਰ ਦੀ ਸ਼ਹਿ ਤੇ ਚੱਲਣ ਵਾਲੀਆਂ ਏਜੰਸੀਆਂ ਨੇ ਤੇ ਨਾਲ ਜਿਹੜਾ ਉਹਨਾਂ ਦੀ ਹਮਾਇਤ ਕਰਨ ਵਾਲਾ ਇੱਕ ਸੋ ਕਾਲਡ ਕਿਸਮ ਦਾ ਮੀਡੀਆ ਹੈ, ਉਹਨਾਂ ਦੀ ਮਸਾ ਇਹ ਮੁੱਦਾ ਮਿਲ ਗਿਆ ਤੇ ਗੱਲ ਹੋ ਵੀ ਉਸੇ ਤਰ੍ਹਾਂ ਦੀ ਰਹੀ ਹੈ। ਹੁਣ ਜਿਹੜੀ ਇਹ ਘਟਨਾ ਵਾਪਰ ਚੁੱਕੀ ਹੈ, ਇਹਦੀ ਜਾਂਚ ਕੌਣ ਕਰ ਰਿਹਾ ਹੈ? ਹਰਿਆਣਾ ਪੁਲਿਸ ਕਰ ਰਹੀ ਹੈ। ਪਰ ਪੰਜਾਬ ਦੇ ਉਪ ਮੁੱਖ ਮੰਤਰੀ ਵੀ ਨੇ ਅਤੇ ਗ੍ਰਹਿ ਮੰਤਰੀ ਵੀ ਨੇ ਸੁਖਜਿੰਦਰ ਸਿੰਘ ਰੰਧਾਵਾ। ਉਹਨਾਂ ਨੇ ਆਖਿਆ ਕਿ ਘਟਨਾ ਤਾਂ ਵਾਪਰ ਚੁੱਕੀ ਹੈ, ਘਟਨਾ ਦੇ ਕਾਰਨਾਂ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਤੇ ਇਹ ਜਾਂਚ ਕਿਸੇ ਮੌਜੂਦਾ ਜੱਜ ਤੋਂ ਕਰਵਾਉਣੀ ਚਾਹੀਦੀ ਹੈ। ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਮਾਮਲਾ ਬਹੁਤ ਸੰਵੇਦਨਸ਼ੀਲ ਹੈ। ਇੱਕ ਪਾਸੇ ਇਹ ਧਾਰਮਿਕ ਆਸਥਾ ਦੇ ਨਾਲ ਸੰਬੰਧ ਰੱਖਦਾ ਹੈ, ਦੂਸਰੇ ਪਾਸੇ ਕਾਲੇ ਖੇਤੀ ਕਾਨੂੰਨਾਂ ਦੇ ਖਿਲਾਫ ਕਰੀਬ 1 ਸਾਲ ਤੋਂ ਸ਼ਾਂਤਮਈ ਸੰਘਰਸ਼ ਚੱਲ ਰਿਹਾ, ਉਹਦੇ ਨਾਲ ਸੰਬੰਧ ਰੱਖ ਰਿਹਾ ਹੈ।
क्योंकि किसानां नूं किसानी मोर्चे नूं किते ढाह ना लगदी होवे इस मसले नाल। धार्मिक भावनावां भड़काउण अते किसानी मोर्चे नूं बदनाम करन वाले गैर समाजी तत्तां दी कहंदे शनाख्त करनी बड़ी लाजमी है, क्योंकि इस संघर्ष नूं साबोताज करदियां कोशिशां पहली वार नहीं अनेकां वार पहलां भी हो चुकीਆਂ ने। सुखजिंदर सिंह रंधावा जिस तरह मैं दस रहा कि उप मुख्य मंत्री भी तो उन्होंने को गृह विभाग भी उन्होंने कहा है कि हरियाणा खास करके हरियाणा पुलिस इस घटना तो अपने आप को वखरा नहीं कर सकती, क्योंकि अमन कानून की स्थिति उन्होंने बहाल रखनी है, उन्होंने जिम्मेवारी है। सूबा सरकार की भाव हरियाणा सरकार की जिम्मेवारी है। हरियाणा पुलिस को पूरी तरह चौकस रहने ते सख्त निगरानी उत्थे यकीनी बनाई जानी चाहिए सी। उन्होंने सवाल किया कि जिथे वड्डी गिणती दे विच लोग जुड़ के बैठे है, जिथे धार्मिक ग्रंथ भी सुशोभित होण, उत्थे सुरक्षा के करड़े प्रबंध क्यों ना किए गए। पर सवाल इस गल का कि बेअदबियां तां रंधावा साहब पंजाब भी बथेरियां हो चुकियां ने। जिस दिन तो तुसीं पंजाब दे विच गृह मंत्री बने हो, दित्तूपुर जट्टां जिला पटियाले च पिंड पैंदा उत्थे भी हो चुकी है। पर खैर ये गल बिल्कुल उन्हां दी दुरुस्त है कि जदों उत्थे वड्डी गिणती विच धरना प्रदर्शन हो रहा है, लंबे समय तो हो रहा है, धार्मिक ग्रंथ उत्थे सुशोभित ने, तो किते ना किते अमन कानून की स्थिति बना के रखण दे विच हरियाणा पुलिस नूं चाहीदा सी कि मुस्तैद रहे। पर यह गल बिल्कुल सच्ची है कि की यह साजिश है, कतल भी ते बेअदबी भी दोवें घटनावां की जांच निरपक्ष तरीके नाल होनी चाहिए, ताकि पता लगे कि इहदे पिछे सिर्फ तो सिर्फ मनोरथ किसानी संघर्ष नूं बदनाम करना जां चुकाउणा तां नहीं। अगली जिहड़ी खबर है वो गिद्दड़बाहा तो मिली है। गिद्दड़बाहा दे विच एक इकट्ठ नूं संबोधन कर रहे सी पंजाब दे ट्रांसपोर्ट मंत्री अमरिंदर सिंह राजा वड़िंग। वो कहंदे बगैर भेदभाव तो काम कर रहे हैं, आउण वाले 15 दिनां दे विच तुसीं कहंदे देखियो कि ट्रांसपोर्ट माफिया खत्म कर दिआंगा। आ जिहड़ियां सड़कां कहंदे तुसीं देख रहे हो ना, इहदे उत्ते सरकारी बसां भजदियां दौड़दियां तुहानूं नज़र आउणगीਆਂ। वो कहंदे आउण वाले कुछ दिनां दे विच नवीआं सरकारी बसां आ रहीਆਂ ने ते कुछ होर नवीआं बसां पाउण वास्ते विਉਂਤਬੰਦੀਆਂ कीतीਆਂ जा रहीਆਂ ने। अमरिंदर राजा वड़िंग ने इत्थों तक आख दिता कि ट्रांसपोर्ट माफिया का जिहड़ा एकाधिकार सी ना, जिहड़े प्राइवेट वड्डियां वड्डियां कंपनियां वाले सी, उहनूं खत्म किया जा रहा है। वो कहंदे लोकां ने जिहड़ी मैनूं जिम्मेवारी दित्ती है, मैं तनदेही नाल मेहनत नाल उहनूं लगन नाल निभा रहा है। शायद तुहानूं याद होना है कि जिस दिन तो अमरिंदर राजा वड़िंग ट्रांसपोर्ट मंत्री बने ने, बहुत सारियां प्राइवेट बसां जिहड़ियां एक परमट ते कई चलदियां सी, जिहड़ियां डिफाल्टर सन, जिन्हां ने कदे टैक्स दिता ही नहीं सी, अदा ही नहीं सी कीता, उन्हां नूं उन्होंने जब्त किया ते करवाया है। हुण श्री मुक्तसर साहब जिले नाल संबंधित ने, यही जिला श्री प्रकाश सिंह बादल होरां दा भी है। हुण प्रकाश सिंह बादल होरां दा जिला भी, उन्हां दा गिद्दड़बाहे दे आले दुआले आधार भी तकड़ा है। तो ये गिणी मिथी एक विਉਂਤਬੰਦੀ के अनुसार जिस दिन मंत्रालय की वंड नहीं सी हुई, मैं उस दिन भी आख्या सी कि आख्या जा रहा कि बादलों नूं बादलों के गढ़ च घेड़ो, तो उत्थे घेरन दे लई अमरिंदर राजा वड़िंग नूं ट्रांसपोर्ट मंत्राला दिओ, ताकि बादलों दीआं बसां ते बादलों के जिहड़े हमायतियां दीआं बसां ने, ताकि उन्होंने फड़ अंदर अड़किया जाए। तो उस दिन तो वो बसां वो वड्डे वड्डे जिहड़े प्राइवेट अदारे सी, एक ते 10-10 बसां इक्को ही परमट ते चलाउंदे सी, उन्हां दे नक्क दे विच दम कीता पिया। ते नाल फिर हुण अमरिंदर राजा वड़िंग दी कारगुजारी तां नज़र आ रही है कि वड्डे वड्डे ट्रांसपोर्टरां नूं हत्थ पा रहे ने, पर सवाल भी नाल उठने शुरू हो गए हैं कि ठीक है अकाली ते अकाली समर्थकां दीआं बसां जिहड़ियां नजायज़ चल रहीआं सी फड़ के अंदर डक दित्तियां, पर कांग्रसियां दीआं किन्नियां क जब्त कीतियां ने कि वो नजायज़ बसां चलाउंदे नहीं, कि वो डिफाल्टर नहीं। जदों वो कहंदे बगैर किसी भेदभाव काम किया जा रहा है, फिर आ तां भेदभाव वाली नीति भी किते ना किते सामने आ रही है। सो दोस्तों कुल मिला के ये सी अपना अज दा प्रोग्राम। उम्मीद कर रहे हैं कि तुहानूं चंगा लग्या होएगा। जेकर सचमुच प्रोग्राम चंगा लग्या है तो कृपा करके लाइक ते शेयर जरूर कर देना, तो जेकर हाले तक तुसीं अपने इस चैनल नूं सबसक्राइब नहीं किया तो कृपा करके सबसक्राइब करके नोटिफिकेशन वाली घंटी जरूर ऑन कर लेनी। तुहाडे दिलों धन्नवादी होवांगे। जाण तो पहलां कहांगा, जिंदगी जिंदादरी का नाम है। दविंदर सिंह बैनीपाल नूं आग्या दिओ। सत श्री अकाल ते रब राखा।